ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਸੋ ਡੱਲਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਪੰਜਾਬ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ, ਪਲ-ਪਲ ਸਿਆਸਤ ਬਦਲਦੀ ਜਾ ਰਹੀ ਹੈ। ਜਿਵੇਂ-ਜਿਵੇਂ ਅਸੀਂ 2024 ਦੇ ਨੇੜੇ ਜਾਂਦੇ ਹਾਂ ਉਵੇਂ ਹੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ ਸਿਆਸੀ ਮਾਹੌਲ ਵੀ ਲਗਾਤਾਰ ਬਦਲਦਾ ਜਾ ਰਿਹਾ ਹੈ। ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਰਣਨੀਤੀ ਦੇ ਉੱਪਰ ਅੱਗੇ ਵੱਧ ਤਾਂ ਜ਼ਰੂਰ ਰਹੀਆਂ ਨੇ, ਪਰ ਓਵਰਆਲ ਜੇ ਆਪਾਂ ਗੱਲ ਕਰੀਏ ਵੱਡੀਆਂ ਖਬਰਾਂ ਦੀ, ਸਿਆਸਤ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੀ, ਤਾਂ ਮੈਂ ਜ਼ਰੂਰ ਚਾਹਾਂਗੀ ਜਿਹੜੀਆਂ ਖਾਸ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਤੁਸੀਂ ਅੱਜ ਇਕੱਠਾ ਕਰਕੇ ਲਿਆਏ ਹੋ, ਪੂਰੀ ਜਾਣਕਾਰੀ ਇਕੱਠੀ ਕਰਕੇ ਲਿਆਏ ਹੋ, ਪੂਰੀ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਦੀ ਜਾਣਕਾਰੀ ਸਿਲਸਿਲਾਵਾਰ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਹਰਜੋਤ ਜੀ, 3-4 ਅਹਿਮ ਖਬਰਾਂ ਨੇ, ਇੱਕ-ਇੱਕ ਕਰਕੇ ਉਹਨਾਂ ਸਾਰੀਆਂ ਖਬਰਾਂ ਦੇ ਉੱਤੇ ਐਨਾਲਿਸਿਸ ਨੂੰ ਅੱਗੇ ਵਧਾਵਾਂਗੇ। ਇੱਕ ਨਵੀਂ ਤਰ੍ਹਾਂ ਦਾ ਖਤਰਨਾਕ ਟ੍ਰੈਂਡ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਉਹਦੀ ਗੱਲ ਕਰਾਂਗੇ। ਅਕਸ ਤੋੜੂ ਸਿਆਸਤ। ਪਿਛਲੇ ਕੁਝ ਸਮੇਂ ਤੋਂ ਦੇਸ਼ ਦੀ ਪੋਲਿਟਿਕਸ ਦੇ ਵਿੱਚ ਇੱਕ ਢੰਗ ਬਣ ਗਿਆ ਕਿ ਕਿਵੇਂ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਸਰੇ ਦੇ ਮੁੱਖ ਲੀਡਰਾਂ ਦਾ ਜਿਹੜਾ ਅਕਸ ਹੈ ਉਹਨੂੰ ਵਿਗਾੜਨਗੀਆਂ। ਅਕਸ ਕਿਵੇਂ ਭੰਡਣਾ ਹੈ, ਕਿਵੇਂ ਤੋੜਿਆ ਜਾਣਾ ਹੈ। ਔਰ ਕਈ ਲੀਡਰ ਇਸ ਸਿਆਸਤ ਦੇ ਵਿਰੋਧੀਆਂ ਦੀ ਇਸ ਸਿਆਸਤ ਦੇ ਸ਼ਿਕਾਰ ਹੋਏ ਨੇ। ਇਹਨੂੰ ਸਾਬਤ ਕਰਨਾ ਬਹੁਤ ਔਖਾ ਹੈ, ਪਰ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਕੁਝ ਵਿੰਗ ਨੇ ਜਿਹੜੇ ਕੁਝ ਨਾ ਕੁਝ ਅਜਿਹੀਆਂ ਫੋਟੋਆਂ ਵੀਡੀਓਜ਼ ਲੱਭਦੇ ਰਹਿੰਦੇ ਨੇ ਜਿਹਦੇ ਨਾਲ ਵਿਰੋਧੀ ਜਿਹੜਾ ਲੀਡਰ ਹੈ ਉਹਦਾ ਅਕਸ ਖਰਾਬ ਕੀਤਾ ਜਾਵੇ। ਸੋਸ਼ਲ ਮੀਡੀਆ IT ਦੇ ਯੁੱਗ ਦੇ ਵਿੱਚ ਇਸ ਮਾੜੇ ਵਰਤਾਰੇ ਨੂੰ ਹਥਿਆਰ ਵਜੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਵਰਤ ਰਹੀਆਂ ਨੇ। ਇਹਦੀ ਗੱਲ ਕਰਾਂਗੇ ਵੀ ਕਿਵੇਂ ਅਕਸ ਤੋੜੇ ਜਾਂਦੇ ਨੇ ਅੱਜ ਕੱਲ੍ਹ। ਦੂਸਰਾ ਬੜਾ ਇੰਪੋਰਟੈਂਟ ਟੌਪਿਕ ਹੈ, ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ 13 ਬੰਦਿਆਂ ਦੀ ਭਾਲ ਹੈ। ਜਿਹੜੇ 13 ਬੰਦੇ ਉਹਨਾਂ ਦੀ ਪੋਲੀਟੀਕਲ ਪਾਰਟੀ ਦੀ ਸਿਆਸੀ ਇੱਜ਼ਤ ਬਚਾ ਸਕਣ। ਬਹੁਤ ਸਖਤ ਮੁਕਾਬਲਾ ਪੰਜਾਬ 'ਚ ਹੋਣ ਵਾਲਾ ਹੈ ਔਰ ਮੈਂ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰੂੰਗਾ। ਇਹਨਾਂ ਦੇ ਵਿੱਚੋਂ 5-6 ਸੀਟਾਂ ਤਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਬੁਰੇ ਤਰੀਕੇ ਨਾਲ ਫਸੀਆਂ ਪਈਆਂ ਨੇ। ਲੀਡਰ ਹੀ ਨਹੀਂ ਲੱਭ ਰਹੇ ਪੋਲੀਟੀਕਲ ਪਾਰਟੀਆਂ ਨੂੰ, ਲੀਡਰਲੈਸ ਇਲਾਕੇ ਬਣ ਗਏ 5-6 ਪੰਜਾਬ ਦੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਔਰ ਜਿਹੜੇ 5-6 ਲੋਕ ਸਭਾ ਦੇ ਪੰਜਾਬ 'ਚ ਅਜਿਹੇ ਹਲਕੇ ਨੇ ਉੱਥੇ ਸੀਟਾਂ ਕਿਵੇਂ ਵੰਡੀਆਂ ਜਾਣਗੀਆਂ, ਕੌਣ ਕਿੱਧਰੋਂ ਲੜੂਗਾ, ਕੀ ਕੋਈ ਪਾਰਟੀ ਬਦਲ ਲੂਗਾ ਜਾਂ ਉਸੇ ਪਾਰਟੀ 'ਚ ਉਹਨੂੰ ਟਿਕਟ ਮਿਲੂ, ਇਹਦੇ ਉੱਪਰ ਗੱਲ ਕਰਾਂਗੇ। ਬੜਾ ਦਿਲਚਸਪ ਐਨਾਲਿਸਿਸ ਹੈ ਜਿਹੜਾ ਉਹ ਤਿਆਰ ਹੋਇਆ ਹੈ, ਕਿਉਂਕਿ ਮੈਂ ਵੱਖ-ਵੱਖ ਅੰਕੜੇ ਦੇਖ ਰਿਹਾ ਸੀ। ਔਰ ਅਖੀਰ 'ਚ ਇੰਡੀਆ ਦੇ ਗਠਬੰਧਨ ਨੇ ਕਈਆਂ ਦੇ ਸੁਪਨੇ ਤੋੜਤੇ ਅਤੇ ਦਿੱਲੀ ਦੇ ਸਬੰਧ ਦੇ ਵਿੱਚ ਜਿਹੜਾ ਆਰਡੀਨੈਂਸ ਹੈ ਉਹ ਪੇਸ਼ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਔਰ ਸਾਫ਼ ਹੋ ਗਿਆ ਰਾਜ ਸਭਾ 'ਚ ਬਹੁਤ ਸਖਤ ਮੁਕਾਬਲਾ। ਹੁਣ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਵਫਾ ਕਿਹਨੇ ਨਿਭਾਉਣੀ ਹੈ ਅਤੇ ਬੇਵਫਾਈ ਕਿਹਨੇ ਕਰਨੀ ਹੈ, ਇਹ ਵੀ ਬਹੁਤ ਜਲਦ ਸਾਨੂੰ ਪਤਾ ਲੱਗ ਜੂਗਾ। ਕੁਝ ਲੀਡਰਾਂ ਦੀ ਅੱਜ ਗੱਲ ਕਰਾਂਗੇ ਕਿ ਉਹਨਾਂ ਨੇ ਆਪਣਾ ਰੁਖ ਕੀ ਰੱਖਿਆ। ਪਰ ਮੈਂ ਸ਼ੁਰੂਆਤ ਕਰੂੰਗਾ ਕਿ 13 ਬੰਦਿਆਂ ਦੀ ਭਾਲ ਹੈ ਪੰਜਾਬ 'ਚ ਪੋਲੀਟੀਕਲ ਪਾਰਟੀਆਂ ਨੂੰ। ਸਾਰੀਆਂ ਪੋਲੀਟੀਕਲ ਪਾਰਟੀਆਂ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਭਾਰਤੀ ਜਨਤਾ ਪਾਰਟੀ ਹੈ ਅਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਸਾਰੀਆਂ ਪਾਰਟੀਆਂ ਕੋਲੇ 2-2 3-3 ਬੰਦੇ ਤਾਂ ਪੱਕੇ ਜਿਹੇ ਹੁੰਦੇ ਆ, ਉਹ ਤਾਂ ਉਹਨਾਂ ਨੇ ਲੜਾਉਣੇ ਹੀ ਹੁੰਦੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਲੜਨਾ ਹੀ ਲੜਨਾ ਹੈ, ਬੀਬੀ ਹਰਸਿਮਰਤ ਕੌਰ ਬਾਦਲ ਵੀ ਲੜ ਸਕਦੇ ਨੇ। ਸੋ ਅਕਾਲੀ ਦਲ ਲਈ 11 ਸੀਟਾਂ ਕਹਿ ਲਓ ਲੋੜ ਹੈ। ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਪਾਰਲੀਮੈਂਟ ਹੁਣੇ ਜਿੱਤਿਆ ਸੁਸ਼ੀਲ ਰਿੰਕੂ ਜਲੰਧਰ ਤੋਂ, ਸੋ ਇਸ ਕਰਕੇ ਉਹਨਾਂ ਨੂੰ 12 ਦੀ ਭਾਲ ਹੈ। ਭਾਰਤੀ ਜਨਤਾ ਪਾਰਟੀ ਦੇ 2 MP ਨੇ। ਹੁਣ ਸਨੀ ਦਿਓਲ ਦਾ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਉਹ ਪੰਜਾਬ 'ਚ ਬਹੁਤ ਘੱਟ ਦਿਖਦੇ ਨੇ, ਬੜੇ ਸੂਝਵਾਨ ਉਹ ਇਨਸਾਨ ਨੇ। ਗੁਰਦਾਸਪੁਰ ਦੇ ਲੋਕ ਹਮੇਸ਼ਾ ਬਹੁਤ ਸਤਿਕਾਰ ਉਹਨਾਂ ਦਾ ਕਰਦੇ ਰਹੇ ਨੇ। ਉਹਨਾਂ ਦੀ ਕੋਈ ਗਰੰਟੀ ਨਹੀਂ ਉਹ ਚੋਣ ਲੜਨਗੇ ਜਾਂ ਨਹੀਂ ਲੜਨਗੇ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਕੋਲੇ ਸੋਮ ਪ੍ਰਕਾਸ਼ ਜੀ ਬਚੇ ਨੇ, ਉਹਨਾਂ ਦੀ ਉਮਰ ਵੀ ਬਹੁਤ ਸਿਆਣੀ ਹੋ ਗਈ। ਸੋ BJP ਨੂੰ 12 ਦੀ ਤਲਾਸ਼ ਹੈ ਜਾਂ 13 ਦੀ ਤਲਾਸ਼ ਹੈ, ਇਹ ਆਪਣੇ ਆਪ ਦੇ ਵਿੱਚ ਵੱਖਰਾ ਸਵਾਲ ਹੈ। ਪਰ ਅਜਿਹੇ 13 ਬੰਦੇ ਸਾਰੀਆਂ ਪਾਰਟੀਆਂ ਨੂੰ ਚਾਹੀਦੇ ਨੇ ਜਿਹੜੇ ਜਿੱਤ ਕੇ ਦੇ ਸਕਣ। ਅਕਾਲੀ ਦਲ ਨੂੰ ਵੀ ਚਾਹੀਦੇ ਨੇ, ਕਿਉਂਕਿ ਹਰਸਿਮਰਤ ਕੌਰ ਬਾਦਲ ਔਰ ਸੁਖਬੀਰ ਸਿੰਘ ਬਾਦਲ ਵੀ ਇਸ ਵਾਰ ਚੋਣ ਤੋਂ ਪਹਿਲਾਂ ਕੋਈ ਕਹਿ ਨਹੀਂ ਸਕਦਾ ਕਿ ਉਹ ਵੀ ਜਿੱਤ ਜਾਣਗੇ, ਕਿਉਂਕਿ ਮੁਕਾਬਲਾ ਉੱਥੇ ਵੀ ਬਹੁਤ ਸਖਤ ਹੋਣਾ ਹੈ। ਮੁਕਾਬਲਾ ਗੁਰਦਾਸਪੁਰ ਵੀ ਹੋਣਾ ਹੈ, ਲੁਧਿਆਣੇ ਵੀ, ਅੰਮ੍ਰਿਤਸਰ ਵੀ, ਬਠਿੰਡੇ ਵੀ, ਹਰ ਜਗ੍ਹਾ ਬੜਾ ਸਖਤ ਮੁਕਾਬਲਾ ਹੋਣਾ ਹੈ। ਜਲੰਧਰ 'ਚ ਵੀ ਇਸ ਵਾਰ ਬਹੁਤ ਸਖਤ ਮੁਕਾਬਲਾ ਹੋਣਾ ਹੈ। ਜ਼ਿਮਨੀ ਚੋਣ ਸੁਸ਼ੀਲ ਕੁਮਾਰ ਰਿੰਕੂ ਜਿੱਤੇ
ਤਾਂ ਜਿੱਤੇ। ਪਰ ਜਦੋਂ ਆਮ ਚੋਣਾਂ ਹੁੰਦੀਆਂ ਨੇ 5 ਸਾਲ ਬਾਅਦ ਵਾਲੀਆਂ, ਉਦੋਂ ਦੇਸ਼ ਦੇ ਮੁੱਦੇ ਬਦਲ ਜਾਂਦੇ ਨੇ, ਦੇਸ਼ ਦੇ ਗਠਬੰਧਨ ਬਦਲ ਜਾਂਦੇ ਨੇ। ਹੁਣ ਕੁਝ ਦਿਨ ਪਹਿਲਾਂ ਜਦੋਂ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਚੋਣ ਲੜ ਰਹੇ ਸੀ ਤੇ ਰੱਜ ਕੇ ਭੜਾਸ ਕੱਢਦੇ ਸੀ ਉਹ ਕਾਂਗਰਸ ਤੇ ਵੀ, ਭਾਵੇਂ ਕਾਂਗਰਸ ਛੱਡ ਕੇ ਆਈ ਸੀ। ਆਮ ਆਦਮੀ ਪਾਰਟੀ ਵਾਲੇ ਵੀ ਰੱਜ ਕੇ ਭੜਾਸ ਕੱਢਦੇ ਸੀ ਕਾਂਗਰਸ ਤੇ। ਪਰ ਹੁਣ ਇੰਡੀਆ ਗਠਬੰਧਨ ਦਾ ਹਿੱਸਾ ਆਮ ਆਦਮੀ ਪਾਰਟੀ ਵੀ ਹੈ, ਕਾਂਗਰਸ ਵੀ ਹੈ। ਸੋ ਹੁਣ ਖੁੱਲ੍ਹ ਕੇ ਭੜਾਸ ਕੱਢੀ ਨਹੀਂ ਜਾਣੀ ਦੋਨਾਂ ਧਿਰਾਂ ਤੋਂ, ਕਿਉਂਕਿ ਸਮਝੌਤਾ ਹੋ ਗਿਆ ਕਿ ਹੁਣ ਆਪ ਤੇ ਕਾਂਗਰਸ ਵਾਲੇ ਸਾਰੀ ਭੜਾਸ ਜਿਹੜੀ ਹੈ ਇੰਡੀਆ ਗਠਬੰਧਨ ਦੀਆਂ ਬਾਕੀ ਪਾਰਟੀਆਂ, ਸਾਰੀ ਭੜਾਸ ਬੀਜੇਪੀ ਦੇ ਖਿਲਾਫ ਕੱਢਣੀ ਹੈ, ਅਕਾਲੀ ਦਲ ਦੇ ਖਿਲਾਫ ਕੱਢਣੀ ਹੈ, ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਰ ਪਾਰਟੀਆਂ, ਸਮਾਜਵਾਦੀ ਪਾਰਟੀ ਹੈ ਜਾਂ ਹੋਰ ਪਾਰਟੀਆਂ ਦੇ ਖਿਲਾਫ ਕੱਢਣੀ ਹੈ। ਸੋ ਇਸ ਕਰਕੇ ਜਿਹੜੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਲੀਡਰ ਇਹ ਸੋਚੀ ਬੈਠੇ ਸੀ ਕੁਝ ਦਿਨ ਪਹਿਲਾਂ ਤੱਕ ਕਿ 8-9 ਮਹੀਨੇ ਬਾਅਦ ਅਸੀਂ ਆਮਣੇ ਸਾਹਮਣੇ ਚੋਣ ਲੜਨੀ ਹੈ, ਤੇ ਉਹਨਾਂ ਦੇ ਸੁਪਨੇ ਜੇ ਤਰੇੜਾਂ ਖਾ ਗਏ, ਟੁੱਟੇ ਨਹੀਂ ਹਜੇ, ਮੈਂ ਕਹਿ ਦੂੰਗਾ ਤਰੇੜ ਆ ਗਈ ਸੁਪਨਿਆਂ 'ਚ। ਕਿਉਂ? ਕਿਉਂਕਿ ਜਦੋਂ ਹੁਣ ਮੁੰਬਈ 'ਚ ਬੈਠਕ ਹੋਣੀ ਹੈ, ਹੋ ਸਕਦਾ ਇਸ ਮਹੀਨੇ 25-26 ਨੂੰ ਹੋਵੇ ਜਾਂ ਅਗਲੇ ਅਗਸਤ ਹੈ, ਸਤੰਬਰ ਦੇ ਸ਼ੁਰੂਆਤੀ ਦਿਨਾਂ 'ਚ ਹੋਵੇ। ਉੱਥੇ ਕਮੇਟੀ ਬਣਨੀ 11 ਮੈਂਬਰੀ, ਕਨਵੀਨਰ ਬਣਨੇ ਨੇ ਔਰ ਚੇਅਰਮੈਨ ਬਣਨੇ ਨੇ, ਮੈਂਬਰ ਬਣਨੇ ਨੇ, ਜਿਨ੍ਹਾਂ ਨੇ ਤੈਅ ਕਰਨਾ ਵੀ ਕਿਹੜੇ ਸੂਬੇ 'ਚ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਤੇ ਚੋਣ ਲੜਨੀ ਹੈ। ਹੁਣ ਪੰਜਾਬ 'ਚ ਤਾਂ ਆਪ ਤੇ ਕਾਂਗਰਸ ਹੀ ਨੇ ਇੰਡੀਆ ਦੇ ਗਠਬੰਧਨ 'ਚ, ਦਿੱਲੀ 'ਚ ਵੀ ਇਹ ਦੋਵੇਂ ਸਾਂਝੀਆਂ ਪਾਰਟੀਆਂ ਨੇ। ਹੁਣ ਇਹਨਾਂ ਨੇ ਤੈਅ ਕਰਨਾ ਹੈ ਵੀ ਕਿਹੜੀ ਪਾਰਟੀ ਨੇ ਕਿੰਨੀਆਂ ਸੀਟਾਂ ਲੜਨੀਆਂ ਨੇ। ਹੁਣ ਗਣਿਤ ਕਿਵੇਂ ਵਿਗੜਿਆ ਕਈ ਲੋਕਾਂ ਦਾ। ਪੰਜਾਬ 'ਚ ਕਈ ਸੀਟਾਂ ਇਹੋ ਜਿਹੀਆਂ ਨੇ ਜਿੱਥੇ ਦੋਵਾਂ ਪਾਰਟੀਆਂ ਦੇ ਲੀਡਰਾਂ ਦੀ ਨਜ਼ਰ ਹੈ। ਹੁਣ ਲੁਧਿਆਣਾ ਹੈ, ਲੁਧਿਆਣੇ 'ਚ ਆਮ ਆਦਮੀ ਪਾਰਟੀ ਦੇ ਲੀਡਰ ਦੀ ਵੀ ਨਜ਼ਰ ਹੋਣੀ ਵੀ ਭਾਈ ਅਸੀਂ MP ਬਣ ਜਾਈਏ, ਤੇ ਕਾਂਗਰਸ ਵਾਲਾ ਸਿਟਿੰਗ ਹੈ। ਪਟਿਆਲੇ 'ਚ ਕਾਂਗਰਸ ਵਾਲੇ ਸਿਟਿੰਗ ਨੇ, ਬੀਬੀ ਪ੍ਰਨੀਤ ਕੌਰ, ਪਰ ਉਹਨਾਂ ਦਾ ਭਰੋਸਾ ਨਹੀਂ। ਆਲਰੇਡੀ ਕਾਂਗਰਸ ਨੇ ਉਹਨਾਂ ਤੇ ਐਕਸ਼ਨ ਲਿਆ ਹੋਇਆ, ਇਨਡਿਸਪਲਿਨ ਦਾ ਇਲਜ਼ਾਮ ਲਾ ਕੇ। ਹੁਣ ਉੱਥੇ ਸੀਟ ਕਾਂਗਰਸ ਦੀ ਹੈ ਮੌਜੂਦਾ ਸਮੇਂ 'ਚ, ਪਰ ਉੱਥੇ ਲੜੂ ਕੌਣ? ਕਿਉਂਕਿ ਦਾਅਵੇਦਾਰ ਆਮ ਆਦਮੀ ਪਾਰਟੀ 'ਚ ਵੀ ਹੈ, ਕਾਂਗਰਸ ਦੇ ਵੀ ਹੈ। ਉੱਥੇ ਬੜੀ ਵਿਚਿੱਤਰ ਸਥਿਤੀ ਬਣਨੀ ਹੈ। ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਮਨੀਸ਼ ਤਿਵਾੜੀ ਵੀ ਸਿਟਿੰਗ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਚੋਣ ਲੜਨੀ ਹੈ, ਤੇ ਉੱਥੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਤਕੜੇ ਦਾਅਵੇਦਾਰ ਨੇ। ਕਈ ਸੀਟਾਂ ਨੇ। ਅੰਮ੍ਰਿਤਸਰ ਦੀ ਸੀਟ, ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ 'ਚ ਕਈ ਅਜਿਹੇ ਦਾਅਵੇਦਾਰ ਵੀ ਨੇ ਜਿਹੜੇ ਪਹਿਲਾਂ ਕਾਂਗਰਸ ਨਾਲ ਸੰਬੰਧਿਤ ਸੀ, ਤੇ ਉਹ ਸਿਟਿੰਗ ਸੀਟ ਹੈ ਕਾਂਗਰਸ ਦੀ। ਸੋ ਜਿਹੜਾ ਇਹ ਇੰਡੀਆ ਗਠਬੰਧਨ ਹੋਇਆ ਹੈ, ਕਈ ਲੀਡਰਾਂ ਦੇ ਸੁਪਨਿਆਂ 'ਚ ਤਰੇੜ ਪੈ ਗਈ ਵੀ ਭਾਈ ਸਾਡਾ ਕੀ ਬਣੂਗਾ। ਜੇ ਸੀਟਾਂ ਦੀ ਵੰਡ ਪੰਜਾਬ ਦੇ ਵਿੱਚ ਜਦੋਂ ਹੋਣੀ ਹੈ ਤੇ ਉਦੋਂ ਕਿਹੜੀ ਸੀਟ ਕਿਹੜੀ ਪਾਰਟੀ ਦੇ ਹਿੱਸੇ ਆ ਜਾਣੀ ਹੈ। ਸੋ ਕਿਸਮਤ, ਪੋਲੀਟੀਕਲ ਕਿਸਮਤ ਉਸ ਹਿਸਾਬ ਨਾਲ ਅੱਗੇ ਵਧਣੀ ਹੈ। ਹੁਣ ਇਸੇ ਤਰ੍ਹਾਂ ਜਲੰਧਰ ਦੀ ਸੀਟ ਹੈ, ਚਲੋ ਉੱਥੇ ਵੀ ਸਿਟਿੰਗ MP ਨੇ ਜਿਹੜੇ ਕਾਂਗਰਸ 'ਚੋਂ ਗਏ ਸੀ। ਇਸ ਕਰਕੇ ਜਿਹੜੀਆਂ ਸਿਟਿੰਗ ਸੀਟਾਂ ਹੁੰਦੀਆਂ ਨੇ, ਪੋਲੀਟੀਕਲ ਪਾਰਟੀਆਂ ਸਿਟਿੰਗ ਸੀਟਾਂ ਛੱਡਣ ਨੂੰ ਬਹੁਤ ਔਖ ਮਹਿਸੂਸ ਕਰਦੀਆਂ ਨੇ। ਸੋ ਇਸ ਕਰਕੇ ਜਦੋਂ ਸੀਟਾਂ ਦੀ ਵੰਡ ਦਾ ਵੇਲਾ ਆਉਣਾ, ਸਮਾਂ ਦੂਰ ਹੈ, ਪਰ ਪੰਜਾਬ ਦੇ ਸੰਬੰਧ 'ਚ ਸਮਝਣਾ ਬੜਾ ਇੰਪੋਰਟੈਂਟ ਹੈ। ਹੁਣ ਸਿਟਿੰਗ MPਆਂ ਤੋਂ ਬਿਨਾਂ ਵਾਲੀਆਂ ਸੀਟਾਂ ਨੇ, ਜਿਵੇਂ ਕਾਂਗਰਸ 7 ਤੇ ਸਿਟਿੰਗ ਹੈ, 7 ਕਾਂਗਰਸ ਦੇ ਇਸ ਵਕਤ ਮੈਂਬਰ ਪਾਰਲੀਮੈਂਟ ਨੇ। ਆਪਾਂ ਗਿਣ ਲੈਂਦੇ ਹਾਂ। ਫਤਿਹਗੜ੍ਹ ਸਾਹਿਬ ਤੋਂ ਨੇ ਅਮਰ ਸਿੰਘ, ਸ਼੍ਰੀ ਅਨੰਦਪੁਰ ਸਾਹਿਬ ਤੋਂ ਨੇ ਮਨੀਸ਼ ਤਿਵਾੜੀ, ਲੁਧਿਆਣਾ ਤੋਂ ਨੇ ਰਵਨੀਤ ਬਿੱਟੂ ਜੀ। ਰਵਨੀਤ ਬਿੱਟੂ ਵੀ ਬਹੁਤ ਅਗਾਂਹ ਵਧੂ ਲੀਡਰ ਨੇ, ਵਰਕਰਾਂ 'ਚ ਰਵਨੀਤ ਬਿੱਟੂ ਉਹਨਾਂ ਦਾ ਬਹੁਤ ਮਾਣ ਸਤਿਕਾਰ ਹੈ। ਇਸੇ ਤਰ੍ਹਾਂ ਜਸਬੀਰ ਡਿੰਪਾ ਖਡੂਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਔਜਲਾ ਜੀ, ਮੁਹੰਮਦ ਸਦੀਕ ਫਰੀਦਕੋਟ ਤੋਂ। ਮੁਹੰਮਦ ਸਦੀਕ ਸਾਹਿਬ ਉਹ ਵੀ ਕਾਂਗਰਸ 'ਚ ਦਾਵਾ ਚੋਣ ਦਾ ਛੱਡਦੇ ਨਹੀਂ, ਪਹਿਲਾਂ MLA ਵੀ ਰਹਿ ਚੁੱਕੇ, ਸਾਨੂੰ ਪਤਾ ਹੈ। ਹੁਣ ਸਵਾਲ ਇਹ ਹੈ ਕਿ ਜਦੋਂ 7 ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੇ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਅਕਾਲੀ ਦਲ ਦੇ 2 ਨੇ ਫਿਰੋਜ਼ਪੁਰ ਤੇ ਬਠਿੰਡਾ, ਆਮ ਆਦਮੀ ਪਾਰਟੀ ਜਲੰਧਰ, ਸਿਮਰਜੀਤ ਸਿੰਘ ਮਾਨ ਸੰਗਰੂਰ, ਤੇ ਭਾਜਪਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ। ਹੁਣ ਸੰਗਰੂਰ ਭਗਵੰਤ ਮਾਨ ਉਹਨਾਂ ਦਾ ਆਪਣਾ ਹਲਕਾ ਹੈ ਸੰਗਰੂਰ, ਉਹ ਸੀਟ ਤਾਂ ਨਹੀਂ ਜਾਂਦੀ ਕਿਸੇ ਪਾਸੇ, ਭਗਵੰਤ ਮਾਨ ਉਹਨਾਂ ਦੀ ਮਰਜ਼ੀ ਬਣਾ। ਬਠਿੰਡਾ 'ਚ ਇਸ ਵਕਤ
ਕੰਡੇ ਦੀ ਟੱਕਰ ਹੋਊ ਕਿ ਬਠਿੰਡਾ ਸੀਟ ਕਿਹਦੇ ਕੋਲੇ ਜਾਵੇ। ਉਂਝ ਬਠਿੰਡਾ 'ਚ ਦਬਦਬਾ ਪਕੜ ਭਗਵੰਤ ਮਾਨ ਉਹਨਾਂ ਦੀ ਵੀ ਬਣ ਗਈ। ਕਾਂਗਰਸ 'ਚ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ। ਹੁਣ ਰਾਜਾ ਵੜਿੰਗ ਪਿਛਲੀ ਵਾਰ ਚੋਣ ਲੜੇ ਸੀ ਪਰ ਜਿੱਤ ਨਹੀਂ ਸਕੇ, ਹੁਣ ਉਹ MLA ਨੇ। ਕਾਂਗਰਸ ਇਹ ਵੀ ਖਤਰਾ ਮੁੱਲ ਨਹੀਂ ਲਊਗੀ ਕਿ ਅਸੀਂ ਆਪਣੇ MLA ਨੂੰ ਮੈਂਬਰ ਪਾਰਲੀਮੈਂਟ ਲੜਾਈਏ। ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦੀ ਧਰਮ ਪਤਨੀ ਸਰਗਰਮ ਨੇ, ਪਰ ਬਠਿੰਡਾ ਬਹੁਤ ਵੱਡਾ ਹਾਈ ਪ੍ਰੋਫਾਈਲ ਹਲਕਾ ਹੈ। ਮੈਨੂੰ ਲੱਗਦਾ ਹੈ ਕਾਂਗਰਸ ਪਾਰਟੀ ਪਰਿਵਾਰਵਾਦ ਨੂੰ ਪਸੰਦ ਨਹੀਂ ਕਰਦੀ ਪਿਛਲੇ ਕੁਝ ਸਮੇਂ ਤੋਂ, ਤੇ ਇੱਕ ਪਾਰਟੀ ਇੱਕ ਘਰ 'ਚ ਪ੍ਰਧਾਨਗੀ ਵੀ, ਵਿਧਾਇਕੀ ਵੀ ਤੇ ਮੈਂਬਰ ਪਾਰਲੀਮੈਂਟ ਦੀ ਟਿਕਟ ਵੀ, ਇਹ ਵੀ ਸਵਾਲ ਖੜੇ ਹੋਣਗੇ, ਵਿਰੋਧੀ ਕਰਨਗੇ। ਪਾਰਟੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਅਗਰ ਰਾਜਾ ਵੜਿੰਗ ਦੇ ਪਰਿਵਾਰ 'ਚ ਟਿਕਟ ਮਿਲਦੀ ਹੈ, ਪਰ ਮੈਂ ਗੱਲ ਕਰਦਾ ਕਾਂਗਰਸ ਨੇ ਪਿੱਛੇ ਜੇ ਫਾਰਮੂਲਾ ਕੱਢਿਆ ਸੀ ਕਿ ਇੱਕ ਪਰਿਵਾਰ ਇੱਕ ਟਿਕਟ। ਹਾਂ, ਜੇ ਕਾਂਗਰਸ ਨਿੱਤ ਫਾਰਮੂਲੇ ਬਦਲੂ ਤੇ ਫਿਰ ਤਾਂ ਆਪਾਂ ਕੁਝ ਕਰ ਨਹੀਂ ਸਕਦੇ। ਇਹ ਤੈਅ ਕਾਂਗਰਸ ਨੇ ਕਰਨਾ। ਕਈ ਇਹੋ ਜਿਹੀਆਂ ਸੀਟਾਂ ਨੇ। ਹੁਣ ਲੁਧਿਆਣੇ ਦੀ ਸੀਟ 'ਚ ਬੜੀ ਦਿਲਚਸਪ ਸਥਿਤੀ ਬਣੀ ਹੈ। ਲੁਧਿਆਣੇ 'ਚ ਮੈਂ ਨਾਂ ਨਹੀਂ ਕਿਸੇ ਦਾ ਲੈਂਦਾ, 2-3 ਲੀਡਰ ਨੇ। 2-3 ਲੀਡਰਾਂ ਦੀ 2-3 ਪਾਰਟੀਆਂ ਵੱਲ ਨਜ਼ਰ ਹੈ। ਉੱਥੇ ਬੜੀ ਵਿਚਿੱਤਰ ਸਥਿਤੀ ਹੈ ਲੁਧਿਆਣੇ ਹਰਜੋਤ ਜੀ। ਇੱਥੇ ਮੋਹਾਲੀ ਚੰਡੀਗੜ੍ਹ ਬਹਿ ਕੇ ਤਸਵੀਰ ਵੱਖਰੀ ਦਿਖਦੀ ਹੈ ਪੰਜਾਬ ਦੀ। ਹੁਣ ਲੁਧਿਆਣੇ 'ਚ 2-3 ਲੀਡਰ ਨੇ। ਇੱਕ ਲੀਡਰ ਦਾ ਝੁਕਾਵ ਕਿਸੇ ਪਾਰਟੀ ਵੱਲ ਹੈ, ਇੱਕ ਲੀਡਰ ਦਾ ਕਿਸੇ ਪਾਰਟੀ ਵੱਲ ਹੈ, ਔਰ 2-3 ਲੀਡਰ ਲੁਧਿਆਣੇ 'ਚ ਅਜਿਹੇ ਨੇ ਜਿਹੜੇ ਕਿਸੇ ਵੀ ਪਾਰਟੀ 'ਚ ਜਾ ਸਕਦੇ ਨੇ ਟਿਕਟ ਲਈ, ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਵੀ ਅਸੀਂ ਜਿੱਤਣਾ ਹੈ, ਮੈਂਬਰ ਪਾਰਲੀਮੈਂਟ ਬਣਨਾ ਹੈ, ਪਾਰਲੀਮੈਂਟ 'ਚ ਜਾਣਾ ਹੈ। ਸੁਪਨਾ ਰੱਖਣਾ ਵੀ ਚਾਹੀਦਾ, ਕੋਈ ਦਿੱਕਤ ਨਹੀਂ। ਸੁਪਨੇ ਪੂਰੇ ਕਰਨ ਲਈ ਉਹਨਾਂ 'ਤੇ ਫਿਰ ਤੁਰਨਾ ਵੀ ਪੈਂਦਾ ਹੈ। ਕਈ ਲੀਡਰ ਕਈ ਰਾਹ 'ਤੇ ਤੁਰ ਰਹੇ ਨੇ ਲੁਧਿਆਣੇ 'ਚ। ਕਈ ਤਰ੍ਹਾਂ ਦੇ ਕਿਆਸ ਨੇ ਕਿ ਆਹ ਲੀਡਰ ਇਸ ਪਾਰਟੀ 'ਚ ਆ ਜਾਊਗਾ। ਜਿਹੜੇ ਲੋਕ ਪੰਜਾਬ ਦੀ ਪੋਲਿਟਿਕਸ ਨੂੰ ਸਮਝਦੇ ਨੇ ਨਾ ਹਰਜੋਤ ਜੀ, ਉਹਨਾਂ ਨੂੰ ਪਤਾ ਹੈ ਵੀ ਮੈਂ ਕਿਹਦਾ ਜ਼ਿਕਰ ਕਰ ਰਿਹਾ। ਮੈਨੂੰ ਨਾਂ ਲੈਣ ਦੀ ਲੋੜ ਹੀ ਨਹੀਂ। ਪੋਲੀਟੀਕਲ ਸਮਝ ਰੱਖਦੇ ਨੇ ਪੰਜਾਬ ਦੇ ਲੋਕ, ਐਵੇਂ ਨਹੀਂ ਬਦਲਾਅ ਕਰਤਾ ਪੰਜਾਬ 'ਚ। ਪੂਰੀ ਸਮਝ ਹੈ ਲੋਕਾਂ ਨੂੰ ਵੀ ਕਿਹਦਾ ਅਸੀਂ ਸਿਆਸੀ ਬੋਰੀਆ ਬਿਸਤਰਾ ਬੰਨਣਾ ਹੈ। ਪੰਜਾਬ ਦੇ ਲੋਕ ਸਿਆਣੇ ਨੇ ਇਸ ਮਾਮਲੇ 'ਚ। ਹੁਣ 2 ਲੀਡਰ ਨੇ ਲੁਧਿਆਣੇ 'ਚ, 3 ਨੇ ਬਲਕਿ। ਹੁਣ ਆ ਜਿਹੜਾ ਇੰਡੀਆ ਵਾਲਾ ਗਠਬੰਧਨ ਆ ਗਿਆ, ਉਹ ਵੀ ਸੋਚਾਂ 'ਚ ਪੈ ਗਏ। ਟਿਕਟ ਭਾਵੇਂ ਲੁਧਿਆਣੇ ਵਾਲੀ ਕਿਸੇ ਪਾਰਟੀ ਕੋਲੇ ਜਾਵੇ, ਉਂਝ ਜਿਹੜੀ ਸਿਟਿੰਗ ਹੈ, ਸਿਟਿੰਗ ਪਾਰਟੀ ਦਾ ਹੱਥ ਜ਼ਿਆਦਾ ਹੁੰਦਾ, ਕਾਂਗਰਸ ਦਾ ਜ਼ੋਰ ਜ਼ਿਆਦਾ ਹੁੰਦਾ। ਪਰ ਕਾਂਗਰਸ 'ਚ ਵੀ ਕਈ ਦਾਅਵੇਦਾਰ ਨੇ। ਭਾਵੇਂ ਸਿਟਿੰਗ ਹੈ ਲੁਧਿਆਣੇ 'ਚ ਮੈਂਬਰ ਪਾਰਲੀਮੈਂਟ, ਫਿਰ ਵੀ ਕਾਂਗਰਸ 'ਚ ਕਈ ਦਾਅਵੇਦਾਰ ਨੇ। ਹਾਲਾਂਕਿ ਜਿਹੜੇ ਸਿਟਿੰਗ MP ਆ ਉਹਨਾਂ ਦੀ ਟਿਕਟ ਲੁਧਿਆਣੇ ਤੋਂ ਕੱਟਣੀ ਬੜੀ ਔਖੀ ਹੈ ਕਾਂਗਰਸ ਲਈ ਵੀ। ਅਸੰਭਵ ਹੈ, ਮੈਂ ਤਾਂ ਕਹੂੰਗਾ। ਉਹ ਆਪ ਛੱਡ ਦੇਣ, ਉਹਨਾਂ ਦੀ ਟਿਕਟ ਨਹੀਂ ਕੱਟੀ ਜਾ ਸਕਦੀ। ਫਿਰ ਬਣੂ ਕੀ ਲੁਧਿਆਣੇ? ਸਭ ਤੋਂ ਵੱਡਾ ਸਵਾਲ ਇਹ ਹੈ। ਸੋ ਲੁਧਿਆਣੇ 'ਚ ਇਹਨਾਂ ਤਮਾਮ ਹਾਲਾਤਾਂ ਦੇ ਬਾਵਜੂਦ ਵੱਡਾ ਪੋਲੀਟੀਕਲ ਉਲਟ ਫੇਰ ਹੋਏਗਾ। ਬਸ ਥੋੜ੍ਹਾ ਜਿਹਾ ਸਾਨੂੰ ਇੰਤਜ਼ਾਰ ਕਰਨਾ ਪੈਣਾ। ਜਿੱਦਾਂ ਹੀ ਇੰਡੀਆ ਗਠਬੰਧਨ ਦੇ ਵਿੱਚ ਕਮੇਟੀ ਬਣਦੀ ਹੈ, ਜਦੋਂ ਸੀਟਾਂ ਦੀ ਵੰਡ 'ਤੇ ਚਰਚਾ ਸ਼ੁਰੂ ਹੁੰਦੀ ਹੈ, ਤੇ ਫਿਰ ਇਹ ਗੱਲ ਅੱਗੇ ਨੂੰ ਵਧੇਗੀ। ਹੁਣ ਜਿੱਥੋਂ ਤੱਕ ਰਹੀ ਗੱਲ ਹਰਜੋਤ ਜੀ ਮੁਕਾਬਲੇ ਦੀ, ਜਿਵੇਂ ਮੈਂ ਜ਼ਿਕਰ ਕੀਤਾ, ਸਾਰੀਆਂ ਪਾਰਟੀਆਂ ਨੂੰ 13 ਅਜਿਹੇ ਕੈਂਡੀਡੇਟਸ ਦੀ ਲੋੜ ਹੈ, ਅਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਜਿੱਤ ਸਕਣ। ਮਹਿਲਾਵਾਂ ਵੀ ਹੋ ਸਕਦੀਆਂ ਨੇ, ਵੀਰ ਵੀ ਹੋ ਸਕਦੇ ਨੇ, ਭੈਣਾਂ ਵੀ ਹੋ ਸਕਦੀਆਂ ਨੇ। ਸੋ 13 ਲੋਕਾਂ ਦੀ ਤਲਾਸ਼ ਹੈ ਸਾਰੀਆਂ ਪਾਰਟੀਆਂ ਨੂੰ। ਇੱਕ 2 ਸਾਰਿਆਂ ਕੋਲੇ ਹੈਗੇ ਨੇ, ਉਹ ਗੱਲ ਸਮਝ ਆਉਂਦੀ ਹੈ। ਔਰ ਗੁਪਤ ਖੋਜਾਂ ਪੋਲੀਟੀਕਲ ਪਾਰਟੀਆਂ ਨੇ ਸ਼ੁਰੂ ਕਰਤੀਆਂ। ਭਾਵੇਂ ਅਕਾਲੀ ਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ BJP ਹੈ। ਇੱਕ ਤਾਂ ਗੁਪਤ ਖੋਜ ਇਹ ਚੱਲ ਰਹੀ ਹੈ ਕਿ ਦੂਸਰੀ ਪਾਰਟੀ ਦਾ ਕਿਹੜਾ ਲੀਡਰ ਸਾਡੇ 'ਚ ਆ ਸਕਦਾ ਹੈ। ਇਸੇ ਤਰ੍ਹਾਂ ਦੂਸਰਾ ਕਿ ਸਾਡੀ ਪਾਰਟੀ ਦਾ ਕਿਹੜਾ ਲੀਡਰ ਹੈ ਜਿਹੜਾ ਟੁੱਟ ਸਕਦਾ ਹੈ ਜੇ ਉਹਨੂੰ ਟਿਕਟ ਨਹੀਂ ਦਿੰਦੇ। ਤੇ ਇਸੇ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਉਹ ਕਿਹੜੇ ਲੀਡਰ ਨੇ ਅਗਰ ਉਹਨਾਂ ਦੀ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦਿੰਦੀ ਤੇ ਉਹ ਟੁੱਟ ਸਕਦੇ ਨੇ। ਮਤਲਬ ਕਿ ਕਿਸੇ ਵੀ ਹਾਲਤ ਦੇ ਵਿੱਚ ਜਦੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣਾ ਹੈ, ਖਾਸ ਤੌਰ 'ਤੇ ਪੰਜਾਬ 'ਚ, ਤੇ ਬਹੁਤ ਦੇਰ ਨਾਲ ਹੋਣਾ ਇਸ ਵਾਰ।
क्योंकि इंतज़ार हर पार्टी ਨੂੰ यही रहना है कि ਉਹ ਉਹਨਾਂ ਦਾ ਉਮੀਦਵਾਰ है, अगर ਉਹਨੂੰ टिकट नहीं ਦਿੱਤੀ गई तो ਉਹਨੂੰ ਚੱਕ ਲਿਆਈਏ। ਸਭ ਤੋਂ ਵੱਧ ਮੁੱਲ ਪੈਣਾ ਜਿਹੜਾ ਉਹ ਸਿਟਿੰਗ ਮੈਂਬਰ ਪਾਰਲੀਮੈਂਟਾਂ ਦਾ ਪੈਣਾ ਹੈ। ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀ ਟਿਕਟ ਕੱਟਣੀ ਸਾਰੀਆਂ ਪਾਰਟੀਆਂ ਲਈ ਔਖੀ ਹੋਏਗੀ। ਹੁਣ ਸੁਖਬੀਰ ਬਾਦਲ ਦੀ ਟਿਕਟ ਕੌਣ ਕੱਟ ਸਕਦਾ ਸ਼੍ਰੋਮਣੀ ਅਕਾਲੀ ਦਲ 'ਚ? ਨਾ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੋਈ ਕੱਟ ਸਕਦਾ ਹੈ। ਭਗਵੰਤ ਮਾਨ ਸਾਹਿਬ ਲੈ ਕੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ, ਸਿਟਿੰਗ ਨੇ, ਉਹਨਾਂ ਦੀ ਟਿਕਟ ਭਗਵੰਤ ਮਾਨ ਸਾਹਿਬ ਨੇ ਨਹੀਂ ਕੱਟਣੀ। ਮੈਨੂੰ ਲੱਗਦਾ ਹੈ ਕਿਉਂ ਕੱਟਣਗੇ, ਕੁਝ ਦੇਰ ਪਹਿਲਾਂ ਹੀ ਤਾਂ ਉਹ MP ਬਣੇ ਨੇ। ਤੇ ਫਿਰ ਟਿਕਟ ਕੱਟੀ ਕਿਸ ਦੀ ਜਾਏਗੀ? ਸਵਾਲ ਇਹ ਆਪਣੇ ਆਪ 'ਚ ਬਹੁਤ ਵੱਡਾ। ਇਹਦਾ ਮਤਲਬ ਹੈ ਕਿ ਟਿਕਟ ਕੱਟਣੀ ਇਸ ਵਾਰ ਔਖੀ ਹੈ। ਤੇ ਜੇ ਟਿਕਟ ਕੱਟਣੀ ਔਖੀ ਹੈ ਤੇ ਫਿਰ ਜਿਹੜੇ ਦੂਸਰੇ ਟਿਕਟ ਦੇ ਆਸਵੰਦ ਸੀ ਉਹ ਕੀ ਕਰਨਗੇ? ਇਹਦਾ ਮਤਲਬ ਹੈ ਉਹ ਇੱਧਰ ਉੱਧਰ ਦੂਸਰੀ ਪਾਰਟੀ 'ਚ ਜਾ ਸਕਦੇ ਆ। ਇਹਦਾ ਮਤਲਬ ਹੈ ਟੁੱਟ ਭੰਨ ਪਾਰਲੀਮੈਂਟ ਦੀਆਂ ਚੋਣਾਂ 'ਚ ਹੋਏਗੀ, ਕਿਉਂਕਿ ਪੋਲੀਟੀਕਲ ਪਾਰਟੀਆਂ ਕੋਲੇ, ਕਿਸੇ ਵੀ ਪੋਲੀਟੀਕਲ ਪਾਰਟੀ ਕੋਲੇ ਆਪਣੇ 13 ਬੰਦੇ ਨਹੀਂ ਹੈ। 2 4 5 ਚਲੋ ਮੰਨ ਲਿਆ ਇੰਨੇ ਕੁ ਹੋ ਸਕਦੇ ਆ, ਪਰ 13 ਦੇ 13 ਨਹੀਂ ਹੈ। ਮਤਲਬ ਹਰ ਪਾਰਟੀ ਕੁਝ ਨਾ ਕੁਝ ਢਾਹ ਭੰਨ ਕਰੇਗੀ। ਹੁਣ ਬੀਜੇਪੀ ਨੇ ਇਸੇ ਉਮੀਦ ਦੇ ਵਿੱਚ ਬਹੁਤ ਸਾਰੇ ਅਜਿਹੇ ਸਾਬਕਾ ਮੰਤਰੀ ਬੀਜੇਪੀ 'ਚ ਸ਼ਾਮਲ ਕਰਾਏ ਕਿ ਪੰਜਾਬ 'ਚ ਹਨੇਰੀ ਚੱਲੇਗੀ, ਕਾਂਗਰਸ ਟੁੱਟ ਕੇ ਉੱਡ ਕੇ ਬੀਜੇਪੀ 'ਚ ਆਏਗੀ। ਜਦੋਂ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਵੀ ਕਈ ਲੀਡਰ ਟੁੱਟ ਕੇ ਸੁਨੀਲ ਜਾਖੜ ਸਾਹਿਬ ਦੀ ਅਗਵਾਈ 'ਚ ਸ਼ਾਮਲ ਹੋ ਜਾਣਗੇ। ਹਾਲੇ ਤੱਕ ਇੱਕ ਸਾਬਕਾ ਮੰਤਰੀ ਸ਼ਾਮਲ ਹੋਏ ਨੇ, ਅਸ਼ਵਨੀ ਸੇਖੜੀ। ਇਹਦਾ ਮਤਲਬ ਹੈ ਜਿਹੜੀ ਉਹ ਟੁੱਟ ਸੀ, ਜਿਹੜੀ ਕਾਂਗਰਸ 'ਚੋਂ ਟੁੱਟ ਹੋ ਕੇ ਬੀਜੇਪੀ 'ਚ ਜਾਣੀ ਸੀ, ਉਹ ਰੁਕ ਗਈ। ਜੋ ਹਾਲਾਤ ਬਣ ਗਏ, ਜਿਸ ਤਰ੍ਹਾਂ ਦਾ ਖੁੱਲ੍ਹੇ ਦਿਲ ਨਾਲ ਵੈਲਕਮ ਨਹੀਂ ਹੋ ਰਿਹਾ ਕਾਂਗਰਸ ਦੇ ਲੀਡਰਾਂ ਦਾ ਬੀਜੇਪੀ 'ਚ, ਕਾਂਗਰਸ ਬੀਜੇਪੀ ਦੇ ਕਾਡਰ ਵੱਲੋਂ, ਇਹ ਵੀ ਸੰਭਾਵਨਾਵਾਂ ਨੇ ਕਿ ਬੀਜੇਪੀ ਤੋਂ ਟੁੱਟ ਕੇ ਹਵਾ ਦੂਜੇ ਪਾਸੇ ਜਾ ਸਕਦੀ ਹੈ। ਸੋ ਬੀਜੇਪੀ ਦੇ ਕਈ ਅਜਿਹੇ ਲੀਡਰ ਨੇ, ਸਾਬਕਾ ਮੰਤਰੀ ਵੀ ਨੇ, ਜਿਨ੍ਹਾਂ ਤੇ ਨਜ਼ਰ ਆਮ ਆਦਮੀ ਪਾਰਟੀ ਦੀ ਵੀ ਹੈ ਤੇ ਕਾਂਗਰਸ ਦੀ ਵੀ ਹੈ ਤੇ ਅਕਾਲੀ ਦਲ ਦੀ ਵੀ ਹੈ। ਸੋ ਹੁਣ ਬੀਜੇਪੀ ਕਾਂਗਰਸ ਤੋਂ, ਅਕਾਲੀ ਦਲ ਤੋਂ ਅਗਰ ਉਮੀਦਵਾਰਾਂ ਤੇ ਨਜ਼ਰ ਰੱਖ ਰਹੀ ਹੈ ਵੀ ਅਸੀਂ ਲਿਆਈਏ, ਤੇ ਅਕਾਲੀ ਦਲ ਨੂੰ ਵੀ ਇਸ ਗੱਲ ਦੀ ਉਮੀਦ ਹੈ ਵੀ ਅਸੀਂ ਦੂਸਰੀਆਂ ਪਾਰਟੀਆਂ ਤੋਂ ਲਿਆਈਏ ਜਿੱਥੋਂ ਸਾਨੂੰ ਚੰਗਾ ਲੀਡਰ ਮਿਲੇ, ਕਿਉਂਕਿ ਤਲਾਸ਼ 13 ਬੰਦਿਆਂ ਦੀ ਹੁਣੇ ਸ਼ੁਰੂ ਹੋ ਗਈ। ਇਹ ਵੀ ਦੇਖੋ ਚਰਚਾਵਾਂ ਕਈ ਤਰ੍ਹਾਂ ਦੀਆਂ ਨੇ। ਇਹ ਵੀ ਚਰਚਾਵਾਂ ਨੇ ਕਿ ਦੇਸ਼ ਦੀਆਂ ਜਿਹੜੀਆਂ ਚੋਣਾਂ ਨੇ ਉਹ ਜ਼ਰੂਰੀ ਨਹੀਂ ਕਿ ਉਹ ਅਪ੍ਰੈਲ ਦੇ ਵਿੱਚ ਹੀ ਹੋਣ ਜਾਂ ਅਪ੍ਰੈਲ ਦੇ ਵਿੱਚ ਐਂਡ 'ਚ ਹੋਣ ਜਾਂ ਅਪ੍ਰੈਲ ਦੇ ਸ਼ੁਰੂ 'ਚ ਹੋਣ। ਉਹ ਜਨਵਰੀ ਦੇ ਅਖੀਰ 'ਚ ਵੀ ਹੋ ਸਕਦੀਆਂ ਨੇ, ਫਰਵਰੀ ਦੇ ਸ਼ੁਰੂ 'ਚ ਵੀ ਹੋ ਸਕਦੀਆਂ ਨੇ। ਮਾਰਚ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਨੇ ਪੂਰੇ ਦੇਸ਼ 'ਚ। ਚੋਣ ਕਮਿਸ਼ਨ ਮਾਰਚ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਚੋਣਾਂ ਕਰਾਏਗਾ। ਸੋ ਅਗਰ ਅੱਗੇ ਚੋਣਾਂ ਹੁੰਦੀਆਂ ਨੇ ਤਾਂ ਜਨਵਰੀ 'ਚ ਹੋ ਸਕਦੀਆਂ ਨੇ। ਔਰ ਮੱਧ ਪ੍ਰਦੇਸ਼ ਦੀਆਂ, ਰਾਜਸਥਾਨ ਦੀਆਂ ਚੋਣਾਂ, MP ਦੀਆਂ ਚੋਣਾਂ ਨਵੰਬਰ ਦਸੰਬਰ ਤੱਕ ਹੋ ਸਕਦੀਆਂ ਨੇ। ਨਵੰਬਰ ਦੇ ਵਿੱਚ MP ਦੀਆਂ ਚੋਣਾਂ ਦੇ ਨਤੀਜੇ ਤੋਂ ਤੁਰੰਤ ਬਾਅਦ ਵੀ ਦੇਸ਼ ਦੀਆਂ ਚੋਣਾਂ ਦੇ ਗੇੜ ਸ਼ੁਰੂ ਹੋ ਸਕਦੇ ਨੇ। ਇਹ ਸਾਰੇ ਜਿਹੜੇ ਪੋਲੀਟੀਕਲ ਚਰਚੇ ਨੇ, ਇਹਨਾਂ ਪਿੱਛੇ ਆਧਾਰ ਹੈ, ਇਹਨਾਂ ਪਿੱਛੇ ਤਰਕ ਹੈ। ਸੋ ਅਗਰ ਇਹ 2-3 ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਿਹਤਰ ਕਰ ਜਾਂਦੀ ਹੈ ਤੇ ਪਾਰਲੀਮੈਂਟ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ, ਕਿਉਂਕਿ ਸਾਡੇ ਇੱਕ ਰਿਵਾਜ ਹੈ, ਸਾਡੀ ਮਾਨਸਿਕਤਾ ਹੈ, ਜਦੋਂ ਕੋਈ ਪਾਰਟੀ ਜਿੱਤ ਜੇ, ਜਿਵੇਂ ਕਰਨਾਟਕਾ 'ਚ ਕਾਂਗਰਸ ਜਿੱਤ ਗਈ ਤੇ ਕਾਂਗਰਸ ਤਕੜੀ ਲੱਗਣ ਲੱਗ ਗਈ। ਹੁਣ ਜੇ ਅਗਲੇ ਕਿਸੇ ਵਿਧਾਨ ਸਭਾ ਸੂਬੇ 'ਚ ਕਾਂਗਰਸ ਹਾਰ ਗਈ ਤੇ ਕਾਂਗਰਸ ਕਮਜ਼ੋਰ ਲੱਗਣ ਲੱਗ ਜਾਣੀ ਤੇ ਜਿਹੜੀ ਪਾਰਟੀ ਜਿੱਤੀ ਉਹ ਤਕੜੀ ਲੱਗਣ ਲੱਗ ਜਾਣੀ। ਸੋ ਇਹ 2-3 ਸੂਬਿਆਂ ਦੇ ਨਤੀਜਿਆਂ ਦੇ ਫੌਰਨ ਬਾਅਦ ਅਗਰ ਤਾਂ ਬੀਜੇਪੀ ਦੇ ਹੱਕ 'ਚ ਮਾਫਕ ਨਤੀਜੇ ਆਉਂਦੇ ਦਿਖੇ ਜਾਂ ਆਏ ਤੇ ਲੋਕ ਸਭਾ ਚੋਣਾਂ ਛੇਤੀ ਹੋ ਸਕਦੀਆਂ ਨੇ, ਕਿਉਂਕਿ ਦੇਸ਼ ਦੀ ਸਰਕਾਰ ਹੈ ਜਿਹੜੀ ਉਹ ਮੰਤਰੀ ਮੰਡਲ ਭੰਗ ਕਰਨ ਦੀ ਸਿਫਾਰਿਸ਼ ਕਰ ਸਕਦੀ ਹੈ ਰਾਸ਼ਟਰਪਤੀ ਕੋਲੇ। ਤੇ ਜੇ ਸਰਕਾਰ ਪਹਿਲਾਂ ਹੀ ਅਸਤੀਫਾ ਦੇ ਜੇ, ਮੰਤਰੀ ਮੰਡਲ ਭੰਗ ਕਰਨ ਦੀ ਸਿਫਾਰਿਸ਼ ਕਰ ਦੇ, ਤੇ ਫਿਰ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਉਸ ਹਿਸਾਬ ਨਾਲ ਜਲਦ ਕਰਾਉਣੀਆਂ ਪੈਂਦੀਆਂ ਨੇ। ਸੋ ਜੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਬੀਜੇਪੀ ਚੰਗੀ ਪਰਫਾਰਮੈਂਸ ਕਰ ਗਈ ਤੇ ਲੋਕ ਸਭਾ ਦੀਆਂ ਚੋਣਾਂ ਛੇਤੀ ਹੋ ਸਕਦੀਆਂ ਨੇ। ਸੋ ਜੇ ਲੋਕ ਸਭਾ ਦੀਆਂ ਚੋਣਾਂ ਜਨਵਰੀ 'ਚ ਵੀ ਛੇਤੀ ਤੋਂ ਛੇਤੀ ਅਸੀਂ ਮੰਨ ਕੇ ਚੱਲੀਏ ਤੇ ਅਸੀਂ 8ਵੇਂ ਮਹੀਨੇ 'ਚ ਆ ਗਏ ਹਾਂ, ਅਗਸਤ 'ਚ ਆ ਗਏ ਹਾਂ। ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਸੋ ਮਹੀਨੇ 5 ਨੇ।
ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਦੀ ਖੋਜ ਇਸ ਕਰਕੇ ਜ਼ਿਆਦਾ ਤੇਜ਼ ਹੈ ਕਿ ਅਸੀਂ ਜਲਦ ਤੋਂ ਜਲਦ ਜ਼ੁਬਾਨੀ ਸਹਿਮਤੀ ਲੈ ਲਈਏ, ਚਾਹੇ ਵੀ ਭਾਈ ਮੈਂ ਤੁਹਾਡੀ ਪਾਰਟੀ 'ਚ ਆ ਜਾਊਂਗਾ ਨੇੜੇ ਆ ਕੇ, ਲੁਕਵੀਂ ਥਾਪੜੀ ਲੈ ਲਈਏ ਵੀ ਉਮੀਦਵਾਰ ਦੀ ਥਾਪੀ ਦੇ ਦੇਣ ਵੱਡੇ ਲੀਡਰ। ਉਂਝ ਭਗਵੰਤ ਮਾਨ ਕਿਉਂਕਿ ਸੱਤਾ 'ਚ ਨੇ, ਮੁੱਖ ਮੰਤਰੀ ਨੇ, ਭਗਵੰਤ ਮਾਨ ਦੀ ਕੋਸ਼ਿਸ਼ ਹੋਣੀ ਹੈ ਕਿ ਮੈਂ ਅਜਿਹੇ ਲੀਡਰ ਲੱਭਾਂ ਜਿਹੜੇ ਹਰ ਹਾਲਤ 'ਚ ਜਿੱਤਣ, ਕਿਉਂਕਿ ਅਗਰ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਜ਼ਿਆਦਾ ਜਿੱਤਦੀ ਹੈ ਤੇ ਉਹਦੇ ਨਾਲ ਭਗਵੰਤ ਮਾਨ ਦਾ ਸਿਆਸੀ ਕੱਦ ਵੱਡਾ ਹੋਏਗਾ। ਉਂਝ ਪੰਜਾਬ 'ਚ ਹਮੇਸ਼ਾ ਅਜਿਹਾ ਨਹੀਂ ਹੁੰਦਾ ਕਿ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਪੰਜਾਬ 'ਚ ਉਹੀ ਵੱਧ ਸੀਟਾਂ ਜਿੱਤੇ, ਪਰ ਇਸ ਵਾਰ ਸਥਿਤੀਆਂ ਭਗਵੰਤ ਮਾਨ ਦੇ ਅਨੁਕੂਲ ਬਣ ਸਕਦੀਆਂ ਨੇ ਕਿਉਂਕਿ ਵਿਰੋਧੀ ਧਿਰਾਂ ਖੇਰੂ ਨੇ, ਖਿੰਡੀਆਂ ਹੋਈਆਂ ਨੇ, ਔਰ ਵਿਰੋਧੀ ਧਿਰਾਂ ਦੀ ਜਿਹੜੀ ਲੋਕ ਸਭਾ ਔਰ ਵਿਧਾਨ ਸਭਾ 'ਚ ਤਾਕਤ ਹੈ ਪੰਜਾਬ 'ਚ ਕਾਂਗਰਸ ਨੂੰ ਛੱਡ ਕੇ ਜ਼ਿਆਦਾ ਤਕੜੀ ਨਹੀਂ ਹੈ, ਕਿਉਂਕਿ ਬੀਜੇਪੀ ਦੀਆਂ ਸਿਰਫ 2 ਸੀਟਾਂ ਨੇ ਲੋਕ ਸਭਾ 'ਚ, ਅਕਾਲੀ ਦਲ ਦੀਆਂ 2 ਸੀਟਾਂ ਨੇ ਲੋਕ ਸਭਾ 'ਚ, ਰਾਜ ਸਭਾ ਕੋਈ ਨਹੀਂ, ਔਰ ਸਿਮਰਨਜੀਤ ਸਿੰਘ ਮਾਨ ਇਕੱਲੇ ਹੀ ਨੇ ਸੰਗਰੂਰ ਤੋਂ, ਔਰ ਕਾਂਗਰਸ ਦੀਆਂ ਭਾਵੇਂ 7 ਸੀਟਾਂ ਨੇ ਲੋਕ ਸਭਾ ਦੇ ਵਿੱਚ, ਪਰ ਕਾਂਗਰਸ ਕਿਉਂਕਿ ਹੁਣ ਇੰਡੀਆ ਵਾਲੇ ਅਲਾਇੰਸ 'ਚ ਆ ਗਿਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਔਰ 24-25 ਪਾਰਟੀਆਂ ਹੋਰ ਨੇ। ਇਸ ਕਰਕੇ ਭਗਵੰਤ ਮਾਨ ਹੋਣਾ ਲਈ ਬਤੌਰ ਮੁੱਖ ਮੰਤਰੀ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣੀਆਂ ਦੂਸਰਿਆਂ ਦੇ ਮੁਕਾਬਲੇ ਆਸਾਨ ਦਿਖ ਰਹੀਆਂ ਨੇ। ਅਗਰ ਦੋਵੇਂ ਪਾਰਟੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਚੰਡੀਗੜ੍ਹ ਦੀ ਸੀਟ ਜੋੜ ਕੇ 14 ਚੋਂ 7 ਵੀ ਵੰਡਦੀਆਂ ਨੇ ਤੇ ਦਾਅਵਾ ਬਹੁਤ ਤਕੜਾ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ। ਆਪ ਵੀ ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਹੈ ਤੇ ਜੇ ਕਾਂਗਰਸ ਨੂੰ ਆਪ ਦਾ ਸਾਥ ਮਿਲ ਗਿਆ ਤੇ ਕਾਂਗਰਸ ਪੰਜਾਬ 'ਚ ਆਪ ਦੇ ਸਹਾਰੇ ਸੀਟਾਂ ਜਿੱਤਣ ਦੀ ਪੋਜੀਸ਼ਨ 'ਚ ਆ ਸਕਦੀ ਹੈ। ਹਾਲਾਂਕਿ ਕਾਂਗਰਸ ਜੇ ਆਪ ਦੇ ਸਾਥ ਤੋਂ ਬਿਨਾਂ ਚੋਣਾਂ 'ਚ ਜਾਂਦੀ ਹੈ ਲੋਕ ਸਭਾ ਚੋਣਾਂ 'ਚ, ਫਿਰ ਕਾਂਗਰਸ ਦੀ ਹਾਲਤ ਪਤਲੀ ਹੈ। ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਆਪਣੇ ਦਮ ਤੇ ਲੋਕ ਸਭਾ ਚੋਣਾਂ 'ਚ ਜਾਂਦੇ ਨੇ ਤੇ ਫਿਰ ਕਾਂਗਰਸ ਦੀ ਹਾਲਤ ਪਤਲੀ ਹੈ ਕਿਉਂਕਿ ਕਾਂਗਰਸ ਪੰਜਾਬ 'ਚ ਨਾ ਤਾਂ ਸੰਗਠਨ ਨੂੰ ਤਕੜਾ ਕਰ ਸਕੀ ਹੈ ਔਰ ਨਾ ਹੀ ਕੋਈ ਬਹੁਤ ਵੱਡੇ ਪੰਜਾਬ 'ਚ ਅੰਦੋਲਨ ਚਲਾ ਸਕੀ ਹੈ। ਮੈਨੂੰ ਨਹੀਂ ਕਦੀ ਲੱਗਿਆ ਕਿ ਪੰਜਾਬ ਕਾਂਗਰਸ ਨੇ ਕਦੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਮਾਮਲੇ 'ਚ ਕੋਈ ਵੱਡਾ ਅੰਦੋਲਨ ਚਲਾਇਆ ਹੋਵੇ। ਹਾਂ, ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ ਧਰਨਾ ਜ਼ਰੂਰ ਮਾਰਿਆ ਸੀ ਇੱਕ ਵਾਰੀ, ਬਹੁਤ ਜ਼ੋਰ ਸ਼ੋਰ ਨਾਲ। ਉਸ ਤੋਂ ਬਾਅਦ ਛੋਟੇ ਧਰਨੇ ਲੱਗੇ, ਉਸ ਵੱਡੇ ਪੱਧਰ ਤੇ ਨਹੀਂ ਲੱਗਿਆ। ਹਾਲਾਂਕਿ ਨਰਿੰਦਰ ਮੋਦੀ ਹੋਣਾ ਦੀ ਸਰਕਾਰ ਦੇ ਖਿਲਾਫ ਔਰ ਰਾਹੁਲ ਗਾਂਧੀ ਹੋਣਾ ਦੀ ਮੈਂਬਰੀ ਖਾਰਜ ਕਰਨ ਦੇ ਖਿਲਾਫ, ਕਿਉਂਕਿ ਉਹਨਾਂ ਨੂੰ ਸਜ਼ਾ ਸੁਣਾਈ ਇੱਕ ਅਦਾਲਤ ਨੇ, ਮੌਨ ਵਰਤ ਜ਼ਰੂਰ ਰੱਖਿਆ ਗਿਆ ਸੀ ਜਿਹਦੇ ਵਿੱਚ ਵੱਡੇ ਲੀਡਰ ਆਏ। ਸੋ ਮੇਰਾ ਇਹ ਮੰਨਣਾ ਹੈ ਕਿ ਬਹੁਤ ਕੁਝ ਨਿਰਭਰ ਕਰੇਗਾ ਸੀਟਾਂ ਦੀ ਵੰਡ ਤੇ ਇੰਡੀਆ ਅਲਾਇੰਸ ਦੇ ਵਿੱਚ, ਪਰ ਬੀਜੇਪੀ ਹਾਲੇ ਵੀ ਉਸ ਸਥਿਤੀ 'ਚ ਨਹੀਂ ਹੈ ਕਿ 13 ਸੀਟਾਂ ਤੇ ਬਹੁਤ ਉਤਸ਼ਾਹਜਨਕ ਨਤੀਜੇ ਸੋਚ ਸਕੇ। ਇਸੇ ਤਰ੍ਹਾਂ ਅਕਾਲੀ ਦਲ, ਹਾਂ ਇਹ ਵੀ ਸੰਭਾਵਨਾ ਪੂਰੀ ਹੈ ਕਿ ਜਿਵੇਂ ਇੰਡੀਆ ਅਲਾਇੰਸ ਅੱਗੇ ਵਧੇਗਾ ਬੀਜੇਪੀ ਔਰ ਅਕਾਲੀ ਦਲ ਨੇੜੇ ਆ ਜਾਣਗੇ। ਇਹਦੀ ਬਹੁਤ ਵੱਡੀ ਸੰਭਾਵਨਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬ 'ਚ ਕੋਈ ਵੀ ਅਕਾਲੀ ਦਲ ਅੱਜ ਇਸ ਸਥਿਤੀ 'ਚ ਨਹੀਂ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 13 ਸੀਟਾਂ ਤੇ ਜਿੱਤ ਦਰਜ ਕਰ ਸਕੇ। ਉਹਦੇ ਪਿੱਛੇ ਇੱਕ ਵੱਡਾ ਕਾਰਨ ਹੈ, ਸ਼੍ਰੋਮਣੀ ਅਕਾਲੀ ਦਲ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਲੋਕਾਂ 'ਚ ਵਿਚਰਨ ਵਾਲੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹੀ ਵਿਅਕਤੀ ਜਿੱਤ ਸਕਦਾ ਹੈ ਜਿਹੜਾ ਸੰਗਤ 'ਚ ਵਿਚਰਦਾ ਹੈ, ਲੋਕਾਂ 'ਚ ਵਿਚਰਦਾ ਹੈ, ਦੁੱਖ ਸੁੱਖ 'ਚ ਨਾਲ ਹੈ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇੱਕ ਵੱਡਾ ਲਾਹਾ ਹਮੇਸ਼ਾ ਮਿਲਦਾ ਹੈ ਔਰ ਅੱਜ ਵੀ ਹੜ੍ਹਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਵੇਂ ਸੇਵਾ ਭਾਵਨਾ ਵਿਖਾਈ ਹੈ, ਲੋਕਾਂ ਦੀ ਮਦਦ ਕੀਤੀ ਹੈ, ਉਹਦੇ ਨਾਲ ਸਿੱਧੇ ਰੂਪ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਆਪਣਾ ਰੁਤਬਾ ਤਕੜਾ ਹੋਇਆ ਹੈ। ਉਹਦਾ ਲਾਹਾ ਸਿੱਧੇ ਅਸਿੱਧੇ ਰੂਪ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜਾਂਦਾ ਹੈ। ਸੋ ਇਸ ਕਰਕੇ ਅਗਰ ਅਕਾਲੀ ਬੀਜੇਪੀ ਇਕੱਠੇ ਹੋਣਗੇ ਤਾਂ
ਗੱਲ ਮੁਕਾਬਲੇ ਵਾਲੀ ਸੋਚੀ ਜਾ ਸਕਦੀ ਹੈ। ਨਹੀਂ ਤਾਂ ਮੈਨੂੰ ਲੱਗਦਾ ਇਸ ਵਾਰ ਸਥਿਤੀ ਹੁੰਝਾ ਫੇਰਨ ਵਾਲੀ ਹੋਏਗੀ। ਹੁਣ ਹੁੰਝਾ ਕਿਹਦੇ ਨਾਲ ਫਿਰਦਾ ਅਸੀਂ ਸਾਰੇ ਬੜੇ ਸਿਆਣੇ ਆ, ਕਿਉਂਕਿ ਪੰਜੇ ਨਾਲ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਨੇ। ਸੋ ਝਾੜੂ ਦੀ ਜ਼ਰੂਰਤ ਪੈਣੀ ਹੈ ਪੰਜਾਬ 'ਚ। ਉਧਰ ਦਿੱਲੀ ਵਾਲਾ ਆਰਡੀਨੈਂਸ 1 ਅਗਸਤ ਨੂੰ ਲੋਕ ਸਭਾ 'ਚ ਆ ਗਿਆ। ਲੋਕ ਸਭਾ 'ਚ ਭਾਰਤੀ ਜਨਤਾ ਪਾਰਟੀ ਜਿੱਤੇਗੀ, ਪਰ ਰਾਜ ਸਭਾ ਦੇ ਵਿੱਚ ਮੁਕਾਬਲਾ ਫਸਮਾ ਹੋਏਗਾ। 100 ਸੀਟਾਂ ਵਿਰੋਧੀ ਧਿਰਾਂ ਦੇ ਇੰਡੀਆ ਕੋਲੇ ਹੈ ਔਰ 101 ਸੀਟ ਹੈ ਜਿਹੜੀ ਉਹ ਐਨਡੀਏ ਕੋਲੇ ਹੈ। 101 ਸੀਟਾਂ ਐਨਡੀਏ ਕੋਲੇ ਹੈ। ਹੁਣ ਕੱਲ YSRC ਜਿਹੜੀ YSR ਕਾਂਗਰਸ ਪਾਰਟੀ ਹੈ, ਉਹਨਾਂ ਨੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਕਿ ਉਹ ਐਨਡੀਏ ਦਾ ਕੇਂਦਰ ਸਰਕਾਰ ਦਾ ਸਮਰਥਨ ਕਰਨਗੇ। ਜਗਨ ਮੋਹਨ ਰੈਡੀ ਉਹਨਾਂ ਦੇ ਮੁੱਖ ਮੰਤਰੀ ਨੇ। ਸੋ ਇਹ ਤਾਂ ਹੁਣ ਸਮਰਥਨ ਕਰਨਗੇ ਐਨਡੀਏ ਦਾ। ਇਹਦੇ ਨਾਲ ਹੀ ਬੀਜੂ ਜਨਤਾ ਦਲ ਦੇ ਨਵੀਨ ਪਟਨਾਇਕ ਨੇ, ਉੜੀਸਾ ਦੇ ਮੁੱਖ ਮੰਤਰੀ ਨੇ, ਉਹ ਕਹਿੰਦੇ ਅਸੀਂ ਜਿਹੜਾ ਬਿੱਲ ਹੈ ਉਹਦੇ ਸਮਰਥਨ 'ਚ ਵੋਟ ਕਰਾਂਗੇ। ਮਤਲਬ ਉਹ ਵੀ ਐਨਡੀਏ ਵਾਲੇ ਪਾਸੇ ਚਲੇ ਗਏ। ਹੁਣ ਸਵਾਲ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਕਿਸ ਪਾਸੇ ਜਾਏਗੀ। ਜਿਹੜੇ ਐਨਡੀਏ ਔਰ ਇੰਡੀਆ ਦੇ ਵਿੱਚ ਸ਼ਾਮਲ ਨਹੀਂ, ਲਗਭਗ 28 ਨੇ, ਉਹ ਕਿਸ ਪਾਸੇ ਜਾਂਦੇ ਨੇ, ਇਹਦੇ ਨਾਲ ਰੁਖ ਸਾਫ਼ ਹੋਏਗਾ। ਪਰ ਕਾਂਗਰਸ ਨੇ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਸਮਰਥਨ ਦਾ ਐਲਾਨ ਕੀਤਾ ਹੈ ਇਸ ਆਰਡੀਨੈਂਸ ਦੇ ਮਸਲੇ ਤੇ, ਜਿਹਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਤਾਕਤ ਮਿਲੀ ਹੈ ਔਰ ਅਰਵਿੰਦ ਕੇਜਰੀਵਾਲ ਨੂੰ ਤਾਕਤ ਮਿਲਣ ਦੇ ਨਾਲ ਤਾਕਤ ਵਾਪਸ ਕਾਂਗਰਸ ਨੂੰ ਵੀ ਮਿਲੀ ਹੈ। ਸੋ ਨਿਊਟਨ ਦਾ ਤੀਸਰਾ ਲਾ, ਟੂ ਐਵਰੀ ਐਕਸ਼ਨ ਦੇਅਰ ਇਜ਼ ਇਕੁਅਲ ਐਂਡ ਓਪੋਜ਼ਿਟ ਰਿਐਕਸ਼ਨ। ਸੋ ਜੇ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਤਕੜੀ ਹੋਈ, ਕਾਂਗਰਸ ਨੂੰ ਵੀ ਤਾਕਤ ਮਿਲ ਗਈ ਆਮ ਆਦਮੀ ਪਾਰਟੀ ਦੇ ਸਾਥ ਦੇ ਰੂਪ ਦੇ ਵਿੱਚ ਐਨਡੀਏ ਦੇ ਗਠਬੰਧਨ ਦੇ ਵਿੱਚ। ਸੋ ਬਾਕੀ ਵੇਖਦੇ ਹਾਂ ਕਿ ਰਾਜ ਸਭਾ ਦੇ ਵਿੱਚ ਕੀ ਬੀਜੇਪੀ ਇਹ ਬਿੱਲ ਪਾਸ ਕਰਾ ਸਕਦੀ ਹੈ ਜਾਂ ਨਹੀਂ। ਅਗਰ ਐਨਡੀਏ ਗਠਬੰਧਨ ਰਾਜ ਸਭਾ ਦੇ ਵਿੱਚ ਬੀਜੇਪੀ ਨੂੰ ਇਹ ਬਿੱਲ ਪਾਸ ਕਰਨ ਤੋਂ ਰੋਕ ਗਿਆ ਤੇ ਫਿਰ 24 ਦਾ ਮੁਕਾਬਲਾ ਬਹੁਤ ਜ਼ਿਆਦਾ ਫਸਮਾ ਹੋਏਗਾ। 2020 ਮੈਚ ਜਿਵੇਂ ਇੰਡੀਆ ਔਰ ਕਿਸੇ ਵੀ ਮੁਲਕ ਦੇ ਵਿਚਾਲੇ ਹੁੰਦਾ ਹੈ, ਕਿਉਂਕਿ ਅੱਜ ਕੱਲ੍ਹ ਸਾਰੇ ਮੁਲਕ ਤਕੜਾ ਖੇਡਦੇ ਨੇ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਆਪਣੇ ਵਿਚਾਰ ਤੁਸੀਂ ਸਾਡੇ ਨਾਲ ਹਮੇਸ਼ਾ ਸਾਂਝੇ ਕਰਦੇ ਹੋ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ।